ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੇ ਇਸ ਕਲਾਸ ਦੇ ਵਿੱਚ ਆਪਾਂ ਕਲਾਸ ਨੰਬਰ 6 ਕਰਨਾ ਈ ਅਕਾਊਂਟਿੰਗ ਦਾ। ਪਰ ਆਪਾਂ ਕੱਲ੍ਹ ਡਿਸਕਸ ਕੀਤਾ ਸੀਗਾ ਕਿ ਈ ਅਕਾਊਂਟਿੰਗ ਵਾਲੀ ਯੂਨਿਟ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਈ ਅਕਾਊਂਟਿੰਗ ਵਾਲਾ ਚੈਪਟਰ ਇਹ ਸਾਡਾ ਵਾਈਂਡ ਅਪ ਹੁੰਦਾ ਹੈ। ਠੀਕ ਹੈ, ਜਿੰਨਾ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਸੀ ਉਹ ਆਪਾਂ ਸਾਰਾ ਕਰ ਚੁੱਕੇ ਹਾਂ। ਪਰ ਮੈਂ ਇਹ ਵੀ ਚੀਜ਼ ਐਡ ਕੀਤੀ ਸੀ, ਅਗਰ ਮੈਨੂੰ ਕੋਈ ਟੌਪਿਕ ਇੰਪੋਰਟੈਂਟ ਲੱਗਿਆ ਜਾਂ ਮੈਨੂੰ ਹੋਇਆ ਕਿ ਇਹ ਪੇਪਰ ਦੇ ਵਿੱਚ ਆ ਸਕਦਾ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਐਡ ਕਰ ਦਾਂਗੇ। ਸੋ ਆਪਾਂ ਬਾਕੀ ਸਭ ਚੀਜ਼ਾਂ ਤਾਂ ਪੜ੍ਹ ਲਈਆਂ ਟੈਲੀ ਦੇ ਅੰਦਰ। ਇੱਕ ਸਾਡੇ ਕੋਲ ਰਹਿ ਗਿਆ ਪੜ੍ਹਨ ਵਾਲਾ GST, ਗੁੱਡਸ ਐਂਡ ਸਰਵਿਸ ਟੈਕਸ। ਇਹ ਪੜ੍ਹਨਾ ਰਹਿ ਗਿਆ। ਇਹ ਵੀ ਇੰਪੋਰਟੈਂਟ ਕੌਨਸੈਪਟ ਹੈ, ਪਰ ਇਹ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਹੈ। ਫਿਰ ਵੀ ਪੁੱਛੇ ਜਾਣ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਹੈ, ਕਿਉਂਕਿ ਟੈਲੀ ਇੱਕ ਤਾਂ ਨਵਾਂ ਟੌਪਿਕ ਹੈ। ਠੀਕ ਹੈ, ਈ ਅਕਾਊਂਟਿੰਗ ਨਵਾਂ ਕੌਨਸੈਪਟ ਹੈ, ਉਸ ਕਰਕੇ ਅਤੇ ਉਹਦੇ ਅੰਦਰ ਜਿੰਨੇ ਵੀ ਕੌਨਸੈਪਟ ਆ ਉਹ ਪੁੱਛੇ ਜਾਣ ਦੇ ਬਹੁਤ ਜ਼ਿਆਦਾ ਹਾਈ ਚਾਂਸਿਸ ਹੋ ਜਾਂਦੇ ਹੈ। ਅਤੇ GST ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਹੈ, ਪਰ ਸਾਨੂੰ ਇਹ ਕਰਨਾ ਚਾਹੀਦਾ, ਇਸ ਕਰਕੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹਨੂੰ ਕਵਰ ਕਰਾਂਗੇ। ਉਸ ਤੋਂ ਪਹਿਲਾਂ ਕਲਾਸ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਸਿਲੇਬਸ ਡਿਸਕਸ ਕਰ ਲੈਂਦੇ ਹਾਂ। ਫਾਈਨੈਂਸ਼ੀਅਲ ਅਕਾਊਂਟਿੰਗ ਦਾ ਆਪਾਂ ਕੀ ਕਵਰ ਕਰ ਚੁੱਕੇ ਹਾਂ। ਦੇਖੋ, ਆਪਾਂ ਇੱਥੇ ਤੱਕ ਸਾਰਾ ਕਵਰ ਕਰ ਚੁੱਕੇ ਹਾਂ। ਠੀਕ ਹੈ, ਐਡਮਿਸ਼ਨ ਦੇ ਵਿੱਚ ਸਿਰਫ ਕੈਪੀਟਲ ਐਡਜਸਟਮੈਂਟਸ ਰਹਿੰਦੀ ਹੈ। ਉਹ ਹੋ ਸਕਿਆ ਤਾਂ ਮੈਂ ਅੱਜ ਸ਼ਾਮੀ ਇੱਕ ਕਲਾਸ ਅਪਲੋਡ ਕਰਕੇ ਕਰਵਾ ਦੂੰਗੀ, ਫਿਰ ਤੁਹਾਡਾ ਐਡਮਿਸ਼ਨ ਖਤਮ ਹੋ ਜਾਏਗਾ। ਨਹੀਂ ਤਾਂ ਮੋਰਨਿੰਗ ਇੱਕ ਕਲਾਸ ਆ ਜਾਏਗੀ ਜਿਹਦੇ ਵਿੱਚ ਤੁਹਾਡਾ ਐਡਮਿਸ਼ਨ ਖਤਮ ਹੋ ਜਾਵੇਗਾ। ਫਿਰ ਆਪਾਂ ਸ਼ੁਰੂ ਕਰ ਲਾਂਗੇ ਰਿਟਾਇਰਮੈਂਟ। ਉਹਦੇ ਨਾਲ ਅੱਜ ਜਿੱਦਾਂ GST ਖਤਮ ਕਰਨ ਤੋਂ ਬਾਅਦ MCQs ਨਾਲ ਪ੍ਰੈਕਟਿਸ ਕਰਦੇ ਰਹਾਂਗੇ ਈ ਅਕਾਊਂਟਿੰਗ ਦੇ। ਪਰ ਸਾਈਮਲਟੇਨੀਅਸਲੀ ਮੈਂ ਇੱਕ ਨਵਾਂ ਚੈਪਟਰ ਸਟਾਰਟ ਕਰਵਾ ਦੂੰਗੀ। ਚਾਹੇ ਤਾਂ ਉਹ ਹੋ ਸਕਦਾ ਹੈ ਕੰਸਾਈਨਮੈਂਟ ਅਕਾਊਂਟ, ਚਾਹੇ ਆਪਾਂ ਕਰ ਲਵਾਂਗੇ ਜੁਆਇੰਟ ਵੈਂਚਰ, ਕਿਉਂਕਿ ਦੋਨੋਂ ਬਹੁਤ ਛੋਟੇ ਛੋਟੇ ਟੌਪਿਕ ਹੈ, ਜਲਦੀ ਕਵਰ ਹੋ ਜਾਊਗੇ। ਠੀਕ ਹੈ, ਉਸ ਤੋਂ ਬਾਅਦ ਸਾਡਾ ਇਹ ਸਾਰਾ ਚੀਜ਼ਾਂ ਕਵਰ ਹੋ ਚੁੱਕੀਆਂ ਈ ਅਕਾਊਂਟਿੰਗ ਵਾਲੀ। ਮੀਨਿੰਗ, ਫੀਚਰ, ਐਡਵਾਂਟੇਜਿਸ, ਫਿਰ ਉਹਦੇ ਪੈਕੇजेस ਦੇ ਅੰਦਰ ਟੈਲੀ ERP 9.0 ਦਾ ਇੰਟਰੋਡਕਸ਼ਨ, ਫੇਸਿਸ, ਇੰਪਲੀਮੈਂਟੇਸ਼ਨ, ਕੌਨਫਿਗਰਿੰਗ ਟੈਲੀ, ਅਕਾਊਂਟਸ ਮੈਨੇਜਮੈਂਟ ਦੇ ਅੰਦਰ ਅਕਾਊਂਟਸ ਮਾਸਟਰ ਇੰਕਲੂਡਿੰਗ ਕ੍ਰੀਏਟਿੰਗ, ਅਲਟਰਿੰਗ, ਸਾਰੀ ਸ਼ਾਰਟਕਟ ਕੀਜ਼ ਵੀ ਆਪਾਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਕੀਤਾ ਪ੍ਰੀਪੇਅਰਿੰਗ ਟਰਾਇਲ ਬੈਲੈਂਸ, ਫਾਈਨਲ ਅਕਾਊਂਟਸ ਜਿਹਦੇ ਵਿੱਚ P&L ਔਰ ਬੈਲੈਂਸ ਸ਼ੀਟ ਆਉਂਦੀ ਹੈ। ਉਹ ਸਾਰੀ ਚੀਜ਼ਾਂ ਆਪਾਂ ਦੇਖ ਚੁੱਕੇ ਹਾਂ। ਸਟੈਪ ਵਾਈਜ਼ ਕਿਹੜੀ ਕੀ ਕਿਹਦੇ ਵਾਸਤੇ ਯੂਜ਼ ਹੋਏਗੀ ਇਹ ਵੀ ਆਪਾਂ ਦੇਖ ਚੁੱਕੇ ਹਾਂ। ਹੁਣ ਤੁਸੀਂ ਇੱਥੋਂ ਦੇਖ ਸਕਦੇ ਹੋ ਆਪਣੇ ਸਿਲੇਬਸ ਦੇ ਵਿੱਚੋਂ ਕਿ ਕਿਤੇ ਵੀ GST ਮੈਂਸ਼ਨ ਨਹੀਂ ਹੈ। ਪਰ GST ਮੈਂਸ਼ਨ ਨਹੀਂ ਹੈ, ਪਰ ਮੈਂ ਬਾਰ ਕਹਿ ਰਹੀ ਹਾਂ ਇੰਪੋਰਟੈਂਟ ਕਨਸੈਪਟ ਹੈ ਟੈਲੀ ਦੇ ਅੰਦਰ, ਤਾਂ ਆਪਾਂ ਨੂੰ ਕਰ ਲੈਣਾ ਚਾਹੀਦਾ। ਸੋ ਆਪਾਂ ਹੁਣ ਅੱਜ ਉਹ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਸਾਡੇ ਕੋਲ GST ਦੀ ਫੁੱਲ ਫੋਰਮ ਕੀ ਹੈ। ਠੀਕ ਹੈ, GST ਦੀ ਫੁੱਲ ਫੋਰਮ ਤੁਹਾਨੂੰ ਪਤਾ ਹੋਣਾ ਚਾਹੀਦਾ। ਗੁੱਡਸ ਐਂਡ ਸਰਵਿਸ ਟੈਕਸ ਇਜ਼ ਅ ਯੂਨੀਫਾਈਡ ਇਨਡਾਇਰੈਕਟ ਟੈਕਸ। ਹੁਣ ਇਹ ਕੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਸ ਕੈਟੇਗਰੀ ਦੇ ਵਿੱਚ ਆਉਂਦਾ ਹੈ? ਇਨਡਾਇਰੈਕਟ ਟੈਕਸ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ। 2017 ਤੋਂ ਪਹਿਲਾਂ ਅਲੱਗ-ਅਲੱਗ ਇਨਡਾਇਰੈਕਟ ਟੈਕਸ ਲਗਾਏ ਜਾਂਦੇ ਸੀਗੇ। ਉਹਨਾਂ ਇਨਡਾਇਰੈਕਟ ਟੈਕਸ ਨੂੰ ਅਲੱਗ-ਅਲੱਗ ਲਗਾਉਣ ਦੇ ਕਰਕੇ ਕੰਪਲੀਕੇਸ਼ਨਸ ਬਹੁਤ ਜ਼ਿਆਦਾ ਹੋ ਜਾਂਦੀ ਸੀ। ਉਹਨਾਂ ਸਭ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਨ ਵਾਸਤੇ ਆਪਾਂ ਕੀ ਲੈ ਕੇ ਆਏ? GST ਲੈ ਕੇ ਆਏ, ਗੁੱਡਸ ਐਂਡ ਸਰਵਿਸ ਟੈਕਸ। ਠੀਕ ਹੈ, ਸਿਸਟਮ ਇਨ ਇੰਡੀਆ ਟੈਲੀ ERP 9.0 ਫੁੱਲੀ ਸਪੋਰਟਸ GST ਕੰਪਲਾਇੰਸ ਇਨਕਲੂਡਿੰਗ। ਕਹਿੰਦੇ ਟੈਲੀ ਜਿਹੜਾ ERP ਹੈ 9.0 ਤੁਹਾਡੇ ਸਿਲੇਬਸ ਦੇ ਵਿੱਚ ਜਿਹੜਾ ਪੈਕੇਜ ਦਿੱਤਾ ਹੋਇਆ ਉਹ GST ਨੂੰ ਫੁੱਲੀ ਸਪੋਰਟ ਕਰਦਾ ਹੈ। ਉਹਦੇ ਵਿੱਚ ਆਪਾਂ GST ਰਿਟਰਨਸ ਭਰ ਸਕਦੇ ਹਾਂ, ਰਿਪੋਰਟ ਨਿਕਾਲ ਸਕਦੇ ਹਾਂ, ਆਟੋਮੈਟਿਕ ਵੇ ਦੇ ਨਾਲ ਉਹ ਕੈਲਕੂਲੇਟ ਕਰਕੇ ਦੇਗਾ, ਸਭ ਕੁਝ ਕਰਕੇ ਦੇਗਾ। ਬਸ ਕੁਝ ਛੋਟੇ ਜਿਹੇ ਸਟੈਪਸ ਨੂੰ ਆਪਾਂ ਫੋਲੋ ਕਰਨਾ ਹੈ, ਜੋ ਆਪਾਂ ਹੁਣ ਦੇਖਾਂਗੇ। ਇਹਦੇ ਵਿੱਚ ਕੀ ਇਨਕਲੂਡ ਹੁੰਦਾ ਹੈ? GST ਸੈਟਅਪ ਹੋ ਜਾਂਦਾ ਹੈ, ਟੈਕਸ ਰੇਟ ਕਨਫਿਗਰੇਸ਼ਨ ਹੋ ਜਾਂਦੀ ਹੈ, ਇਨਵੋਇਸ ਜਨਰੇਸ਼ਨ ਹੋ ਜਾਂਦਾ ਹੈ, ਫਾਈਲਿੰਗ ਰਿਪੋਰਟਸ ਹੋ ਜਾਂਦਾ ਹੈ। ਠੀਕ ਹੈ, ਰਿਪੋਰਟਸ ਨੂੰ ਵੀ ਤੁਸੀਂ ਫਾਈਲ ਕਰ ਸਕਦੇ ਹੋ ਇਹਦੇ ਅੰਦਰ। ਹੁਣ ਇੰਪੋਰਟੈਂਟ ਚੀਜ਼, GST ਵਾਜ਼ ਇੰਪਲੀਮੈਂਟਡ ਇਨ ਇੰਡੀਆ ਫਰੋਮ 1 ਜੁਲਾਈ 2017। ਡੇਟ ਪੁੱਛੀ ਜਾ ਸਕਦੀ ਹੈ GST ਦੀ ਕਿ ਇੰਡੀਆ ਦੇ ਵਿੱਚ ਕਦੋਂ ਲਾਗੂ ਹੋਇਆ ਸੀ, ਤਾਂ ਤੁਸੀਂ ਯਾਦ ਰੱਖਣਾ 1 ਜੁਲਾਈ 2017 ਦੇ ਵਿੱਚ। ਟੈਲੀ ERP 9.0 ਪ੍ਰੋਵਾਈਡਸ ਫੀਚਰ ਟੂ ਆਟੋਮੇਟ GST ਕੰਪਲਾਇੰਸ। ਟੈਲੀ ਦਾ ਜਿਹੜਾ ਹੈਗਾ ਸਾਡੇ ਕੋਲ ਪੈਕੇਜ, ਉਹ ਸਾਨੂੰ ਫੀਚਰਸ ਪ੍ਰੋਵਾਈਡ ਕਰਦਾ ਹੈ ਕਿ ਆਪਾਂ GST ਨੂੰ ਆਟੋਮੇਟ ਤਰੀਕੇ ਦੇ ਨਾਲ ਭਰ ਸਕਦੇ ਹਾਂ ਟੈਲੀ ਦੇ ਅੰਦਰ। ਨੈਕਸਟ ਦੇਖੋ ਕੁਛ ਸਟੈਪਸ ਜੋ ਟੈਲੀ ਦੇ ਅੰਦਰ ਫੋਲੋ ਕੀਤੇ ਜਾਂਦੇ ਹੈ। ਸਟੈਪਸ ਅੰਦਰ ਟੈਲੀ ERP 9.0। ਪਹਿਲਾ ਸਟੈਪ ਹੈ ਸਾਡੇ ਕੋਲ ਐਕਟੀਵੇਟ ਕਰਨਾ GST ਫॉर योर ਕੰਪਨੀ। ਟੈਲੀ ਨੂੰ ਕੁਝ ਕਮਾਂਡ ਦੇਣੀ ਪਏਗੀ, ਉਹ ਖੁਦ ਬ ਖੁਦ ਨਹੀਂ ਕਰੇਗਾ। GST ਇਨੇਬਲ ਕਰਨ ਵਾਸਤੇ ਕਿਹੜੇ ਸਟੈਪਸ ਨੂੰ ਫੋਲੋ ਕਰੋਗੇ? ਸਭ ਤੋਂ ਪਹਿਲਾਂ ਤੁਸੀਂ ਜਾਓਗੇ ਗੇਟਵੇ ਦੇ ਉੱਤੇ। ਠੀਕ ਹੈ, ਪ੍ਰੈਸ ਕਰੋਗੇ F11। F11 ਦੇ ਨਾਲ ਤੁਹਾਡੇ ਕੰਪਨੀ ਦੀ ਫੀਚਰ ਸਕਰੀਨ ਖੁੱਲ੍ਹ ਜਾਏਗੀ, ਜਿਹਦੇ ਵਿੱਚ ਤੁਸੀਂ ਪ੍ਰੈਸ ਕਰੋਗੇ F3, ਜੋ ਤੁਹਾਨੂੰ ਓਪਨ ਕਰਕੇ ਦੇਗਾ ਸਟੈਚੂਟਰੀ ਐਂਡ ਟੈਕਸੇਸ਼ਨ ਸਕਰੀਨ, ਜਿਹਦੇ ਉੱਤੇ ਤੁਸੀਂ GST ਵਗੈਰਾ ਨੂੰ ਇਨੇਬਲ ਕਰ ਸਕਦੇ ਹੋ। ਤਾਂ ਯਾਦ ਰੱਖਣਾ ਕੁਐਸਚਨਸ ਇੱਥੋਂ ਹੀ ਬਣੂਗੇ ਕਿ GST ਨੂੰ ਐਕਟੀਵੇਟ ਕਰਨ ਲਈ ਤੁਸੀਂ ਕਿੱਥੇ ਜਾਣਾ? ਪਹਿਲਾਂ F11 ਤੇ ਫਿਰ ਤੁਸੀਂ ਜਾਣਾ F3 ਤੇ। F11 ਤੇ ਤੁਹਾਡੇ ਕੋਲ ਕਿਹੜੀ ਸਕਰੀਨ ਖੁੱਲ੍ਹੇਗੀ? ਕੰਪਨੀ ਫੀਚਰ ਸਕਰੀਨ। ਅਤੇ F3 ਤੇ ਕਿਹੜੀ ਸਕਰੀਨ ਖੁੱਲ੍ਹੇਗੀ? ਸਟੈਚੂਟਰੀ ਟੈਕਸੇਸ਼ਨ ਸਕਰੀਨ। ਨੈਕਸਟ ਦੇਖੋ, ਫਿਰ ਤੁਸੀਂ ਇਨੇਬਲ ਕਰ ਦੋਗੇ GST ਬਾय ਸਿਲੈਕਟਿੰਗ ਯੈਸ। ਸੈਟ ਜਾਂ ਫਿਰ ਅਲਟਰ ਕਰਕੇ GST ਡਿਟੇਲਸ ਨੂੰ ਭਰੋਗੇ।
फिर सिलेक्ट करोगे येस। इन GST डिटेल स्क्रीन, फिर जो ਤੁਹਾਡੇ ਕੋਲ GST डिटेल स्क्रीन खुलेगी ਤੁਸੀਂ ਉੱਥੇ ਆਪਣੀ ਕੰਪਨੀ ਦਾ ਨਾਮ ਭਰਨਾ ਹੈ, ਆਪਣੀ ਕੰਪਨੀ ਦੇ GST IN UIN ਆ ਵਾਲੇ ਨੰਬਰ ਭਰਨੇ ਹੈ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ। ਰਜਿਸਟ੍ਰੇਸ਼ਨ ਟਾਈਪ ਦੱਸਣੀ ਹੈ, ਐਪਲੀਕੇਬਲ ਫਰੋਮ ਡੇਟ, ਕਿਸ ਡੇਟ ਤੋਂ ਐਪਲੀਕੇਬਲ ਆ ਉਹ ਦੱਸਣਾ ਹੈ, ਤੁਹਾਨੂੰ ਕਿਸ ਪੀਰੀਅਡ ਦੀ GST ਚਾਹੀਦੀ ਹੈ, ਜਿੱਦਾਂ ਕਿ ਮੰਥਲੀ ਚਾਹੀਦੀ ਹੈ ਜਾਂ ਕੁਆਰਟਰਲੀ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਉੱਥੇ ਸੈੱਟ ਕਰਨੀਆਂ। GST R1 ਕੀ ਹੈ ਇਹ ਮੈਂ ਅੱਗੇ ਮੈਂਸ਼ਨ ਕੀਤਾ, ਸਭ ਆਪਾਂ ਵਾਰੀ ਕਵਰ ਕਰਾਂਗੇ, ਠੀਕ ਹੈ। ਫਿਲਹਾਲ ਤੁਸੀਂ ਇੰਨਾ ਯਾਦ ਰੱਖਣਾ ਫਸਟ ਸਟੈਪ ਦੇ ਵਿੱਚ, ਜੇ ਤੁਸੀਂ GST ਨੂੰ ਐਕਟੀਵੇਟ ਕਰਨਾ ਹੈ F11 ਤੇ ਜਾਣਾ ਹੈ, ਫਿਰ F3 ਤੇ ਜਾਣਾ ਹੈ, ਔਰ ਇਹਦੀ ਕੋਰਸਪੋਂਡਿੰਗ ਸਕਰੀਨਸ ਵੀ ਤੁਸੀਂ ਯਾਦ ਰੱਖਣੀ ਹੈ ਕਿਹੜੀ ਖੁੱਲੂਗੀ। ਉਸ ਤੋਂ ਬਾਅਦ ਤੁਸੀਂ ਸੈਕਿੰਡ ਸਟੈਪ ਤੇ ਕ੍ਰੀਏਟ ਕਰੋਗੇ GST ਲੈਜਰ। ਹੁਣ GST ਲੈਜਰ ਕਿੱਥੋਂ ਕ੍ਰੀਏਟ ਕਰੋਗੇ, ਜਿੱਦਾਂ ਬਾਕੀ ਲੈਜਰ ਕ੍ਰੀਏਟ ਕਰਦੇ ਸੀ ਉੱਦਾਂ ਹੀ ਗੇਟਵੇ ਦੇ ਉੱਤੇ ਜਾਓਗੇ, ਅਕਾਊਂਟ ਇਨਫੋਰਮੇਸ਼ਨ ਤੇ ਜਾਓਗੇ, ਲੈਜਰਸ ਤੇ ਜਾਓਗੇ, ਕ੍ਰੀਏਟ ਕਰ ਲੋਗੇ। ਕ੍ਰੀਏਟ ਕੀ ਕਰਨਾ ਹੈ GST ਲੈਜਰ ਦੇ ਵਿੱਚ, ਤੁਸੀਂ ਸੈਂਟਰਲ ਵੀ ਕਰ ਸਕਦੇ ਹੋ, ਸਟੇਟ ਵੀ ਕਰ ਸਕਦੇ ਹੋ, ਇੰਟੀਗ੍ਰੇਟਿਡ ਟੈਕਸ ਲੈਜਰ ਵੀ ਕਰ ਸਕਦੇ ਹੋ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ GST ਦੇ ਕਿੰਨੇ ਟਾਈਪਸ ਹੈ, ਸੈਂਟਰਲ, ਸਟੇਟ ਤੇ ਇੰਟੀਗ੍ਰੇਟਿਡ, ਆ ਤਿੰਨੋਂ ਤੁਸੀਂ ਯਾਦ ਰੱਖਣੇ। GST ਦੇ ਕਿੰਨੇ ਟਾਈਪਸ ਹੈ, ਸੈਂਟਰਲ, ਇੱਥੇ ਮੈਂ ਹਾਈਲਾਈਟ ਕਰ ਦਿੰਦੀ ਹਾਂ, ਸੈਂਟਰਲ, ਸਟੇਟ, ਇੰਟੀਗ੍ਰੇਟਿਡ ਟੈਕਸ ਲੈਜਰ, ਇਹ 3 ਤਰ੍ਹਾਂ ਦੇ ਲੈਜਰ ਹੈ ਜੋ ਤੁਸੀਂ ਭਰ ਸਕਦੇ ਹੋ। ਨੇਮ ਦੈਮ, ਇਹਨਾਂ ਨੂੰ ਤੁਸੀਂ ਨਾਮ ਦੇਵੋਗੇ, ਜਿੱਦਾਂ CGST ਦੇਵੋਗੇ ਸੈਂਟਰਲ ਵਾਸਤੇ, SGST ਦੇਵੋਗੇ ਤੁਸੀਂ ਸਟੇਟ ਵਾਸਤੇ, IGST ਦੇਵੋਗੇ ਤੁਸੀਂ ਇੰਟੀਗ੍ਰੇਟਿਡ ਟੈਕਸ ਵਾਸਤੇ। ਫਿਰ ਤੁਸੀਂ ਇਹਦਾ ਗਰੁੱਪ ਚੂਜ਼ ਕਰੋਗੇ, ਗਰੁੱਪ ਕੀ ਹੈ ਸਾਡੇ ਕੋਲ ਇਹਦਾ, ਡਿਊਟੀਜ਼ ਐਂਡ ਟੈਕਸਿਸ। ਲੈਜਰ ਦੇ ਅੰਦਰ ਤੁਹਾਨੂੰ ਪਤਾ ਅਕਾਊਂਟ ਸਿਲੈਕਟ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੁੰਦਾ, ਗਰੁੱਪ ਡਿਫਾਈਨ ਕਰਨਾ ਹੁੰਦਾ। ਉਹ ਕਿਹੜਾ ਗਰੁੱਪ ਹੋਏਗਾ, GST ਦਾ ਜਿਹੜਾ ਵੀ ਤੁਸੀਂ ਅਕਾਊਂਟ ਸੈੱਟ ਕਰੋਗੇ, ਡਿਊਟੀਜ਼ ਐਂਡ ਟੈਕਸਿਸ, ਕਿਉਂਕਿ ਆਪਾਂ ਕੀ ਪੇ ਕਰਨਾ ਹੈ, GST ਕੀ ਹੈ, ਇੱਕ ਟੈਕਸ ਹੈ, ਇਸ ਕਰਕੇ ਸਿਲੈਕਟ ਕਰ ਦੋਗੇ GST ਐਜ਼ ਦਾ ਟਾਈਪ ਆਫ ਡਿਊਟੀ ਐਂਡ ਟੈਕਸ। ਵਾਈ ਜਾਂ ਫਿਰ ਐਂਟਰ ਨੂੰ ਪ੍ਰੈਸ ਕਰਕੇ ਇਸ ਲੈਜਰ ਨੂੰ ਸੇਵ ਕਰ ਲਓਗੇ। ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਗੇਟਵੇ ਤੇ ਜਾਓਗੇ, ਅਕਾਊਂਟ ਇਨਫੋ ਤੇ ਜਾਓਗੇ, ਲੈਜਰ ਤੇ ਜਾਓਗੇ, ਕ੍ਰੀਏਟ ਕਰੋਗੇ। GST ਲੈਜਰਸ 3 ਤਰ੍ਹਾਂ ਦੇ ਹੁੰਦੇ ਆ, ਤਿੰਨਾਂ ਚੋਂ ਜਿਹੜਾ ਵੀ ਤੁਹਾਨੂੰ ਚਾਹੀਦਾ ਤੁਸੀਂ ਉਹ ਕ੍ਰੀਏਟ ਕਰੋਗੇ। ਅਗਰ ਤੁਹਾਨੂੰ ਸੈਂਟਰਲ ਚਾਹੀਦਾ ਤਾਂ ਤੁਸੀਂ ਨਾਮ ਦੇਵੋਗੇ CGST, ਅਗਰ ਤੁਹਾਨੂੰ ਸਟੇਟ ਚਾਹੀਦਾ ਤਾਂ ਤੁਸੀਂ ਨਾਮ ਦੇਵੋਗੇ SGST, ਅਗਰ ਤੁਹਾਨੂੰ ਇੰਟੀਗ੍ਰੇਟਿਡ ਚਾਹੀਦਾ ਤਾਂ ਤੁਸੀਂ ਨਾਮ ਦੇਵੋਗੇ IGST। ਗਰੁੱਪ ਸੈੱਟ ਕਰੋਗੇ, ਇਹ ਡਿਊਟੀਜ਼ ਔਰ ਟੈਕਸਿਸ ਹੈ, ਫਿਰ ਤੁਸੀਂ ਵਾਈ ਜਾਂ ਐਂਟਰ ਪ੍ਰੈਸ ਕਰਕੇ ਸੇਵ ਕਰ ਦੋਗੇ। ਨੈਕਸਟ ਹੈ, ਹੁਣ ਦੇਖੋ ਇੱਕ ਵਾਰੀ ਆ ਚੀਜ਼ ਨੋਟ ਕਰ ਲੈਣਾ, ਇਨਪੁਟ GST ਕਿਹਦੇ ਉੱਤੇ ਲੱਗਦਾ, ਜਦੋਂ ਤੁਸੀਂ ਪਰਚੇਜ਼ ਕਰਦੇ ਹੋ ਕੋਈ ਗੁੱਡ, ਔਰ ਆਊਟਪੁੱਟ GST ਕਿਹਦੇ ਉੱਤੇ ਲੱਗਦਾ, ਜਦੋਂ ਤੁਸੀਂ ਸੇਲ ਕਰਦੇ ਹੋ, ਸੇਲਸ 'ਤੇ ਕਲੈਕਟ ਕੀਤਾ ਜਾਂਦਾ ਹੈ, ਠੀਕ ਹੈ। ਯਾਦ ਰੱਖਣਾ ਥੋੜ੍ਹਾ ਜਿਹਾ ਟਰਮਸ, ਇਨਪੁਟ GST ਪਰਚੇਜ਼ ਦੇ ਉੱਤੇ ਲੱਗਦਾ ਹੈ, ਆਊਟਪੁੱਟ GST ਸੇਲਸ ਦੇ ਉੱਤੇ ਲੱਗਦਾ ਹੈ। ਆਊਟਪੁੱਟ ਮਤਲਬ ਗੁੱਡਸ ਤੁਹਾਡੇ ਕੋਲ ਬਾਹਰ ਗਏ, ਉਹਦੇ ਉੱਤੇ ਜਿਹੜਾ ਟੈਕਸ ਲੱਗੇਗਾ ਉਹ ਆਊਟਪੁੱਟ GST ਹੋ ਜਾਏਗਾ। ਗੁੱਡਸ ਜਿਹੜੇ ਅੰਦਰ ਆਏ, ਇਟ ਮੀਨਸ ਤੁਸੀਂ ਪਰਚੇਜ਼ ਕੀਤੀ, ਉਹਦੇ ਉੱਤੇ ਜਿਹੜਾ ਟੈਕਸ ਲੱਗੇਗਾ ਉਹ ਇਨਪੁਟ ਹੋ ਜਾਏਗਾ। ਥਰਡ ਸਟੈਪ ਹੈ GST ਕਲਾਸੀਫਿਕੇਸ਼ਨ ਇਨ ਟੈਲੀ ERP 9.0। ਵੈਨ ਇੰਪਲੀਮੈਂਟਿੰਗ GST ਇਨ ਟੈਲੀ ਯੂ ਮਸਟ ਕਲਾਸੀਫਾਈ ਯੂਅਰ ਗੁੱਡਸ ਐਂਡ ਸਰਵਿਸਿਜ਼ ਪ੍ਰੋਪਰਲੀ। ਜਦੋਂ ਤੁਸੀਂ GST ਟੈਲੀ ਦੇ ਅੰਦਰ ਇੰਪਲੀਮੈਂਟ ਕਰਨਾ ਚਾਹ ਰਹੇ ਹੋ ਤਾਂ ਤੁਹਾਨੂੰ ਆਪਣੇ ਗੁੱਡਸ ਔਰ ਸਰਵਿਸਿਜ਼ ਨੂੰ ਕਲਾਸੀਫਾਈ ਕਰਨਾ ਪ੍ਰੋਪਰ ਤਰੀਕੇ ਦੇ ਨਾਲ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਜਿਹੜੇ ਸਟੈਂਡਰਡਾਈਜ਼ ਕੋਡ ਹੈ ਉਹ ਯੂਜ਼ ਕਰਕੇ GST ਨੂੰ ਕਰੈਕਟ ਨਿਕਾਲਿਆ ਜਾ ਸਕੇ। These codes help Tally apply the correct GST rates, ਕਿ ਮਤਲਬ ਹੁਣ ਅਲੱਗ-ਅਲੱਗ ਤਰ੍ਹਾਂ ਦੀ ਅਗਰ ਗੁੱਡਸ ਉਹਨਾਂ 'ਤੇ ਅਲੱਗ-ਅਲੱਗ ਤਰ੍ਹਾਂ ਦੇ ਟੈਕਸ GST ਲੱਗਦਾ ਹੈ, ਉਹਨਾਂ ਨੂੰ ਕਲਾਸੀਫਾਈ ਕਰ ਦੇਣਾ ਅਲੱਗ-ਅਲੱਗ ਗਰੁੱਪ ਦੇ ਵਿੱਚ, ਤਾਂ ਕਿ ਜੋ GST ਉਹ ਈਜ਼ੀ ਤਰੀਕੇ ਦੇ ਨਾਲ ਕੈਲਕੂਲੇਟ ਹੋ ਜਾਏ ਔਰ ਸਹੀ ਕੈਲਕੂਲੇਟ ਹੋਵੇ। ਉਸ ਕਰਕੇ ਤੁਹਾਨੂੰ ਕੀ ਕਰਨਾ ਪਏਗਾ, ਗੁੱਡਸ ਔਰ ਸਰਵਿਸਿਜ਼ ਨੂੰ ਕਲਾਸੀਫਾਈ ਕਰਨਾ ਪਏਗਾ। ਜਨਰੇਟ ਇਨਵੋਇਸਿਸ ਐਂਡ ਰਿਪੋਰਟਸ, ਤਾਂ ਕਿ ਤੁਸੀਂ ਆਪਣੇ ਇਨਵੋਇਸਿਸ ਔਰ ਰਿਪੋਰਟਸ ਨੂੰ ਜਨਰੇਟ ਕਰ ਸਕੋ ਸਹੀ। ਇਹਦੇ ਲਈ ਤੁਹਾਨੂੰ ਕਲਾਸੀਫਾਈ ਕਰਨ ਲਈ ਕੀ ਕਰਨਾ ਪਏਗਾ, ਗੇਟਵੇ 'ਤੇ ਜਾਣਾ ਪਏਗਾ, ਇਨਵੈਂਟਰੀ ਇਨਫੋਰਮੇਸ਼ਨ 'ਤੇ ਜਾਣਾ ਪਏਗਾ। ਹੁਣ ਇਹਦੇ ਲਈ ਕਿਹੜਾ ਆਪਸ਼ਨ ਤੁਹਾਨੂੰ ਖੋਲ੍ਹਣਾ ਹੈ, ਅਗਰ ਤੁਸੀਂ ਗੁੱਡਸ ਨੂੰ ਕਲਾਸੀਫਾਈ ਕਰਨਾ ਹੈ ਇਨਵੈਂਟਰੀ ਇਨਫੋ, ਤੁਸੀਂ ਜਾਓਗੇ ਸਟੋਕ ਆਈਟਮਸ ਦੇ ਉੱਤੇ, ਫਿਰ ਤੁਸੀਂ GST ਡਿਟੇਲਸ ਭਰਨੀ ਹੈ, ਜਿੱਦਾਂ ਕਿ HSN SAC ਕੋਡ ਹੈ, ਟੈਕਸ ਰੇਟ ਕਿੰਨਾ ਹੈ, ਨੇਚਰ ਆਫ ਟ੍ਰਾਂਜੈਕਸ਼ਨ ਕਿੰਨੀ ਹੈ। ਇਹ ਗੁੱਡਸ ਦੇ ਕੋਡ ਹੁੰਦੇ ਆ, ਗੁੱਡਸ ਔਰ ਸਰਵਿਸਿਜ਼ ਦੇ ਕੋਡ ਹੁੰਦੇ ਆ। ਇਹ ਕੋਡਸ ਤੁਸੀਂ ਡਿਫਾਈਨ ਕਰਨੇ, ਜਿਸ ਤਰ੍ਹਾਂ ਦੇ ਵੀ ਤੁਹਾਡੇ ਗੁੱਡਸ ਹੋਊਗੇ, ਜੋ ਵੀ ਤੁਹਾਡੀ ਸਰਵਿਸਿਜ਼ ਹੋਏਗੀ, ਉਹਨੂੰ ਤੁਸੀਂ ਪਰਟੀਕੂਲਰ ਕੋਡ ਦੇ ਦੋਗੇ, ਉਹਦੇ ਉੱਤੇ ਟੈਕਸ ਰੇਟ ਕਿੰਨਾ ਉਹ ਦੱਸੋਗੇ, ਫਿਰ ਤੁਸੀਂ ਨੇਚਰ ਆਫ ਟ੍ਰਾਂਜੈਕਸ਼ਨ ਦੱਸੋਗੇ ਕਿਹੜੀ ਹੈ। ਹੁਣ ਇੱਥੇ ਸਾਡੇ ਕੋਲ 2 ਟਰਮ ਨਿਕਲ ਕੇ ਆਈ, HSN ਔਰ SAC ਕੋਡ। ਹੁਣ ਪਹਿਲਾਂ ਆਪਾਂ ਪੜਾਂਗੇ HSN। ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਕੋਡ ਦੀ ਫੁੱਲ ਫਾਰਮ ਕੀ ਹੈ ਔਰ ਕਿਹਦੇ ਉੱਤੇ ਯੂਜ਼ ਕੀਤਾ ਜਾਂਦਾ ਹੈ। ਜਿਹੜਾ HSN ਕੋਡ ਹੈ ਇਹ ਗੁੱਡਸ ਵਾਸਤੇ ਯੂਜ਼ ਕੀਤਾ ਜਾਂਦਾ। ਗੁੱਡਸ ਮਤਲਬ ਟੈਂਜੀਬਲ ਨੇਚਰ ਦੇ, ਜਿਨ੍ਹਾਂ ਨੂੰ ਤੁਸੀਂ ਦੇਖ ਵੀ ਸਕਦੇ ਹੋ, ਟੱਚ ਵੀ ਕਰ ਸਕਦੇ ਹੋ, ਉਹਨਾਂ ਉੱਤੇ ਕੌਣ ਲੱਗਦਾ ਹੈ, HSN ਕੋਡ ਲੱਗਦਾ। ਇਹਦੀ ਫੁੱਲ ਫਾਰਮ ਯਾਦ ਰੱਖਣਾ, ਇਹਦੀ ਫੁੱਲ ਫਾਰਮ ਹੈ ਹਾਰਮੋਨਾਈਜ਼ ਸਿਸਟਮ ਆਫ ਨੋਮੈਨਕਲੇਚਰ, ਠੀਕ ਹੈ। ਇਹਦੀ ਫੁੱਲ ਫਾਰਮ ਤੁਸੀਂ ਯਾਦ ਰੱਖੋਗੇ। ਨੈਕਸਟ ਦੇਖੋ ਹੁਣ ਇਹ ਹੈ ਕੀ, ਥੋੜ੍ਹਾ ਜਿਹਾ ਵੀ ਪੜ੍ਹ ਲਓ, ਕੀ ਪਤਾ ਉਹ HSN ਦੇ ਵਿੱਚੋਂ ਕੁਐਸਚਨ ਪੁੱਛ ਲੈ। ਅ ਗਲੋਬਲੀ ਅਸੈਪਟਡ ਸਿਸਟਮ, ਇਹਨੂੰ ਹਰ ਜਗ੍ਹਾ 'ਤੇ ਅਸੈਪਟ ਕੀਤਾ ਗਿਆ।
ठीक है। एक कोडिंग सिस्टम है जिन्होंने किन्ने डेवलप्ड किया है, वर्ल्ड कस्टम ऑर्गेनाइजेशन ने डेवलप्ड किया है। क्यों किया है? ताकि वो गुड्स ਨੂੰ ਕਲਾਸੀਫਾਈ ਕਰ ਸਕਣ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ 1986 ਦੇ ਵਿੱਚ ਕਸਟਮਸ ਐਂਡ ਐਕਸਾਈਜ਼ ਦੇ ਉੱਤੇ ਲਗਾਏ ਜਾਣ ਲਈ ਇਹਨੂੰ ਲਾਗੂ ਕੀਤਾ ਗਿਆ ਸੀ। ਇਸ ਕੋਡ ਨੂੰ ਲੈ ਕੇ ਆਏ ਸੀ HSN ਨੂੰ, ਕਸਟਮ ਐਂਡ ਐਕਸਾਈਜ਼ ਵਾਸਤੇ। ਪਰ ਹੁਣ ਇਹ ਇੰਡੀਆ ਦੇ ਵਿੱਚ ਮੈਂਡੇਟਰੀ ਹੋ ਗਿਆ ਹੈ ਕਿ ਇਹ GST ਦੇ ਵਿੱਚ ਗੁੱਡਸ ਕਲਾਸੀਫਿਕੇਸ਼ਨ ਦੇ ਵਿੱਚ ਯੂਜ਼ ਕੀਤਾ ਜਾਵੇਗਾ। ਇਹਦਾ ਸਟਰਕਚਰ ਇੱਕ ਵਾਰੀ ਧਿਆਨ ਦੇ ਵਿੱਚ ਰੱਖ ਲੈਣਾ। ਇਹ 2 ਡਿਜਿਟ ਵੀ ਹੁੰਦਾ, 4 ਡਿਜਿਟ ਵੀ ਹੁੰਦਾ, 8 ਡਿਜਿਟ ਵੀ ਹੁੰਦਾ। ਹੁਣ ਤੁਹਾਡੇ ਕੋਲ ਆਪਸ਼ਨ ਦੇ ਕੇ ਪੁੱਛ ਸਕਦੇ ਕਿ HSN ਦਾ ਕਿਹੜਾ ਸਟਰਕਚਰ ਟਾਈਪ ਨਹੀਂ ਹੈ। ਇਹ ਹੁਣ ਇੱਥੇ 9 ਡਿਜਿਟ ਲਿਖਿਆ ਹੋਇਆ ਤਾਂ 9 ਡਿਜਿਟ ਸਾਡਾ HSN ਦਾ ਸਟਰਕਚਰ ਨਹੀਂ ਹੈ, ਸਿਰਫ 2, 4 ਔਰ 8 ਠੀਕ ਹੈ। ਹੁਣ ਦੇਖ ਲਓ ਇੱਕ ਵਾਰੀ 2 ਡਿਜਿਟ ਵਾਲਾ ਸਟਰਕਚਰ ਕਿਹਦੇ ਵਾਸਤੇ ਹੈ? ਬਿਜ਼ਨਸਿਸ ਜਿਨ੍ਹਾਂ ਦੀ ਟਰਨਓਵਰ 1.5 ਔਰ 5 ਕਰੋੜ ਦੇ ਵਿੱਚ ਹੈ। 4 ਡਿਜਿਟ ਟਰਨਓਵਰ ਅਬਵ 5 ਕਰੋੜ ਔਰ 8 ਡਿਜਿਟ ਵਾਸਤੇ ਉਹ ਜੋ ਇੰਪੋਰਟਰ ਔਰ ਐਕਸਪੋਰਟ ਕਰਦੇ ਉਹਨਾਂ ਲਈ ਮੈਂਡੇਟਰੀ ਹੈ। एग्जाम्पल देख लो HSN कोड लिखा होया है रेटेड वाटर्स वास्ते। हुण इत्थे देखो किन्ने नंबर है, 8 नंबर। 8 डिजिट वाला केड़ा है साडा? इंपोर्ट और एक्सपोर्ट वाला। HSN दे नाल ये पक्का किया जाता है कि GST की कैलकुलेशन जिन्हें भी गुड्स सेल किए हैं या फिर जिन्हें भी गुड्स परचेज किए उन्होंने उत्ते सही तरीके दे नाल। जे तुसीं उन्होंने कोडिफिकेशन नहीं करोगे अपने गुड्स एंड सर्विसेज नूं तां GST करैक्ट कैलकुलेट नहीं होएगा, जिहदे करके थोड़ी जिहड़ी फाइनैंशियल स्टेटमेंट्स आ वो भी गलत हो सकती है। अगे देखो दूसरा कोड आपां पढ़िया सीगा SAC। HSN आप पढ़ चुके हैं जो गुड्स वास्ते, SAC पढ़ना हुण आपां। SAC की फुल फॉर्म की है? सर्विस अकाउंटिंग कोड। हुण ये की हुंदा है? ये भी क्लासीफिकेशन सिस्टम है। ये किन्ने इशू किया है? CBIC ने। CBIC की है? सेंट्रल बोर्ड ऑफ इंडायरैक्ट टैक्सेस एंड कस्टम टू कैटेगराइज सर्विसेज। इन्होंने सर्विसेज नूं कैटेगराइज करने वास्ते ये वाला कोड है जो इशू किया सीगा अंडर GST। ऑल SAC कोड स्टार्ट विद 99। जिन्हें भी SAC कोड है सर्विसेज वास्ते, हुण SAC कोड की है? सर्विसेज के उत्ते लगते हैं। सर्विसेज मतलब विच कैन नॉट बी सीन एंड विच कैन नॉट बी टच, इनटेंजिबल चीज़, उन्हां दे उत्ते की लगता है? SAC लगता है। SAC हमेशा 99 दे नाल स्टार्ट होएगा। ਇਹਦਾ मतलब की है? ये किन्नू इंडिकेट करता है? सर्विस सैक्टर नूं। 99 नंबर किन्नू इंडिकेट करता है? सर्विस सैक्टर। ਇਹਦਾ स्ट्रक्चर देख लो। ਇਹ 6 डिजिट कोड ਹੁੰਦਾ है। फस्ट 2 डिजिट है ਜਿਹੜੇ ऑलवेज 99 ਹੋਵੇ। ਹੁਣ ਤੁਹਾਨੂੰ ਕੋਈ ਵੀ ਕੋਡ ਦੇ ਕੇ ਜਿੱਦਾਂ ਮੰਨ ਲਓ ਇਹਨਾਂ ਨੇ ਕਿਹਾ ਨਾ 6 ਨੰਬਰ ਦਾ ਹੁੰਦਾ ਤਾਂ ਦੇਖੋ ਇੱਦਾਂ ਦੇ ਸਕਦੇ ਆ 995411 ਜੋ ਮੈਂ ਨੀਚੇ ਐਗਜ਼ਾਮਪਲ ਲਿਆ। ਤਾਂ ਤੁਹਾਨੂੰ ਕੁਐਸਚਨ ਦੇ ਵਿੱਚ ਇਹ ਵੀ ਪੁੱਛ ਸਕਦੇ ਆ ਕਿ 99 ਕਿਹਨੂੰ ਰਿਪਰੈਜ਼ੈਂਟ ਕਰ ਰਿਹਾ। ਤਾਂ 99 ਦਾ ਮਤਲਬ ਕੀ ਹੈ? ਸਰਵਿਸ ਸੈਕਟਰ। ਲਾਸਟ 4 डिजिट किनू रिप्रजेंट करोगे? स्पैसीफिक सर्विस टाइप होएगी जिन्हों रिप्रजेंट किया जाएगा। ये टाइप्स डिफाइन की गई वो अंदर ही जिन्होंने एक कोड दिता है CBIC वालों। ठीक है, इन्ना डिटेल के जाने की लोड़ नहीं है, सिर्फ इन्ना याद रखना है 99 कि वास्ते यूज़ होंगे। जिवें मैं हुण इत्थे एग्जाम्पल लिखा है 995411। ये जड़ा कोड है कि वास्ते होंगे? स्पैसीफिक कोड है कंस्ट्रक्शन सर्विसेज और रेजिडेंशियल बिल्डिंग्स वास्ते। हुण ये वाला कोड हैल्प की करता है? करैक्ट GST नूं निकालने वास्ते सर्विसेज जो भी रेंडर कीतियां या रिसीव कीतियां उहदे उत्ते। पहले वाला किहदे उत्ते करता है? गुड्स जिन्ने भी परचेज किए या जिन्ने भी सेल किए उहदे उत्ते। नैक्सट देखो 4th स्टैप हुण तुहाडे कोल आंदा है GST की ट्रांजैक्शनस नूं रिकॉर्ड करना। इहदे लई तुसीं वाउचर्स यूज़ करोगे, सेल्स वाउचर ते परचेज वाउचर। F8 और F9 सिलेक्ट करोगे GST लेजर, एंटर कर दोगे टैक्सेबल अमाउंट जो भी होएगी तो GST ऑटो कैलकुलेट हो जाएगा बेस्ड ऑन रेट, जिन्ना भी रेट उस टाइम पे चल रहा होएगा। टैली ऑटोमैटिकली CGST SGST IGST अप्लाई करता है तो बेस्ड ऑन पार्टी लोकेशन, जो भी पार्टी की लोकेशन होंगी है जिस भी रीजन के उत्ते होंदा उहदे बेसिस ते ऑटोमैटिकली कलैक्ट कर लैंदा। नैक्सट है लास्ट पॉइंट व्यू GST रिपोर्ट। हुण जदों GST कैलकुलेट हो गया, अगर तुसीं ये रिपोर्ट देखनी है या एक्सपोर्ट करनी है कित्थों करोगे? गेटवे के उत्ते डिस्पले वाले ऑप्शन से, जितों ही आप बैलेंस शीट, जितों आप प्री एंडल, जितों आप ट्रायल बैलेंस, जिन्नी भी रिपोर्ट्स निकालनी और डिस्पले के अंदर निकालनी। डिस्पले के अंदर जाके किनू सिलेक्ट करोगे? स्टैट्यूटरी रिपोर्ट्स नूं। उहदे विच तुसीं सिलेक्ट करना है GST, जिहदे विच तुहानूं 3 तरह की रिपोर्ट्स मिलेगी। GST R1, GST R2, GST R3B। हुण थोड़ा जिहा रिपोर्ट्स का भी ध्यान रखना है। GST R1 किहदे लई आ? आउटवर्ड सप्लाईज लई, जो बाहर भेजियां गईयां। ठीक है, जो गुड्स बाहर भेजे गए उन्हां लई रिपोर्ट यूज़ होंदी है GST R1 मतलब सेल्स वास्ते। इनवर्ड सप्लाईज जो अंदर आया, इट मीनस परचेजेस जो तुसी रॉ मटीरियल परचेज किया होगा उहदे उत्ते किहड़ी रिपोर्ट यूज़ होंदी है? GST R2। GST 3B समरी रिटर्न, जिहदे विच सब चीज़ लिखी होगी कि सप्लाईज किन्नियां बाहर गईयां, किन्नियां अंदर आईयां, टोटल किन्ना GST लग्या, सारा ये इकट्ठे लई हुंदा है। ये रिपोर्ट फाइलिंग लई रेडी हुंदे ने, एक्सपोर्ट भी कर सकते हो। तो ये रिपोर्ट्स फाइलिंग लई रेडी हुंदियां ने, डायरैक्ट इनू तुसी एक्सपोर्ट करके यूज़ कर सकते हो। सो ये सी अपनी लास्ट स्लाइड। ठीक है,
5 ਸਟੈਪ ਹੈ GST ਦੇ ਅੰਦਰ, ਤੁਹਾਨੂੰ ਯਾਦ ਰੱਖਣਾ F11 ਤੇ F3 ਤੋਂ ਕਿਹੜੀ ਸਕਰੀਨ ਖੁੱਲੇਗੀ। ਫਿਰ ਤੁਸੀਂ HSN SAC ਕੋਡ ਵਗੈਰਾ ਯਾਦ ਰੱਖਣੇ ਹੈ। ਫਿਰ ਤੁਸੀਂ ਆਹ ਟਾਈਪਸ ਯਾਦ ਰੱਖਣੀ ਹੈ, ਜੀ ਰਿਪੋਰਟਸ ਨੂੰ ਯਾਦ ਰੱਖਣਾ। ਕਿੰਨੀ ਰਿਪੋਰਟਸ ਹੈ? GSTR1 GSTR2 GSTR3B, ਠੀਕ ਹੈ। ਤਿੰਨਾਂ ਦਾ ਕੀ ਕੰਮ ਹੈ ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਇਲਾਵਾ GST ਦੀ ਟਾਈਪਸ ਯਾਦ ਰੱਖਣੀ ਹੈ। GST ਦੀ 3 ਟਾਈਪ ਹੈ, CGST SGST ਔਰ IGST। ਤਿੰਨਾਂ ਦਾ ਕੀ ਕੰਮ ਹੈ, ਇਹਨਾਂ ਦੀ ਫੁੱਲ ਫੋਰਮ ਕੀ ਹੈ, ਸਾਰੀ ਤੁਸੀਂ ਯਾਦ ਰੱਖਣੀ ਹੈ। ਸੋ ਇਹ ਸੀ ਜੀ ਅੱਜ ਦੀ ਆਪਣੀ ਕਲਾਸ, ਜਿਹਦੇ ਵਿੱਚ ਆਪਣਾ GST ਹੁੰਦਾ ਹੈ ਖਤਮ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਇਹਦੇ ਨਾਲ ਮੇਰਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫॉर ਰੈਗੂਲਰ ਅਪਡੇਟ। ਪਲੱਸ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਆ ਕਰੋ। ਮਿਲਾਂਗੇ ਨੈਕਸਟ ਚੈਪਟਰ ਦੇ ਨਾਲ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ।